ये साडी अवनीत कौर आ जी। तो हुण तिकर एक फोन ते काका मेरा हुण तिकर तुसीं देखिया बहुत सारे केस इस तरह के साडे कोल आए ने, जिस तरह का अवनीत कौर का केस आ ना। अवनीत कौर की जिहड़ी जिंदगी आ वो इस टाइम तुहाडे हत्थां दे विच आ सारिआं दे, क्योंकि जिहड़ी ये जिंदगी ते मौत की जंग लड़ रही है ना ये बच्ची, तो ये जित तां ही मिलूगी भी जे तुसीं सारे दुआवां ते अरदासां करो। अवनीत कौर बच्ची सानू जदों मिली सीगी, साडे कोले आई सी भैन लैके अपनी बेटी नूं। इहदा बाप इस बच्ची दे फादर साहब भी यही सेम लड़ाई लड़ रहे सी जिंदगी ते मौत दी। उहदा एक पासे दा लंग्स आ जिहड़ा बिल्कुल गलिया होया, एक फेफड़ा गलिया होया बिल्कुल। तो ये बच्ची दा सिर दा साइज तुसीं देख भी सकदे हो इस टाइम भी किड्डा वड्डा। तो हुण तां बहुत साइज घट गया, पहलां तां बहुत ज़्यादा वड्डा सी। सिर दे नाल नाल अखां भी बंद सी इहदियां, ऐ खुलदियां नहीं सी ना हिलदियां सी, पूरियां टाइट हो गईयां सी अखां। तो इहदी वीडियो भी असीं तुहाडे नाल 2-3 वार शेयर कर चुके हैं। डॉक्टरां ने जवाब देता सी अवनीत नूं, जिवें पहलां दिव्यांशी नाल होया सीगा, दिव्यांशी नूं भी डॉक्टरां ने जवाब देता सी। 5-6 लाख रुपया खर्चण तो बाद, 3 ऑपरेशन करवाउण तो बाद भी दिव्यांशी नूं डॉक्टरां ने जवाब देता सी। तो अवनीत के मसले दे विच भी डॉक्टरां ने पहलां सेम यही गल कही सी भी इहदे भी बच्ची दे चांस है नहीं बचण दे, तो ये बच्ची दे ऑपरेट करन तो बाद भी कोई आपां नूं ज़्यादा स्कोप नहीं लगता। तो असीं संगत नूं बेनती कीती भी अरदास करिओ भी अवनीत वास्ते ते पापा वास्ते। ते पापा तां दाखल ने हॉस्पिटल च, उन्हां दा ट्रीटमेंट चलदा, उन्हां दे फेफड़े आ जिहड़े बिल्कुल एक साइड दे खत्म होए पए आ। पर एक कई वारी जदों चमत्कार हुंदा, जदों भगवान कुछ चंगा करना चाहुंदा हुंदा। कल ये बच्ची बहुत ज़्यादा बीमार हो गई, क्योंकि असीं तो उस दिन दे सबर करी बैठे सीगे। भैन भी विचारी रोंदी फिरदी, किते इत्थे किते उत्थे, देखी नहीं सी जांदी। सारा दिन इदां रोई जाना, क्योंकि माँ दे शरीर का एक हिस्सा उहदी धी जिहने 9 महीने उहनूं पेट च रखिया, ते जिहदे पहलां भी किन्ने बच्चे चढ़ाई कर चुके ने हुण तक। ए भैणे तुहाडा नाम की है? मेरा नाम सुखदीप। सुखदीप कौर, तेरे किन्ने बच्चे होए हुण तक? ਵੀਰੇ ਮੇਰੇ ਨਾ ਪਹਿਲਾਂ ਵੀ ਮੇਰੇ ਮੰਮੀ ਪਾਪਾ ਨੇ ਵਿਆਹ ਕੀਤਾ ਸੀ ਪਹਿਲੇ ਥਾਂ, ਉਹਦੇ ਵਿੱਚ ਮੇਰੇ 3 ਬੱਚੇ ਆ जी ਉਹਦੇ ਵਿੱਚ ਮੇਰੇ 3 ਬੱਚੇ ਬਿਲਕੁਲ ਤੰਦਰੁਸਤ ਸੀਗੇ। ਉਹ ਮੇਰੇ ਘਰ ਵਾਲੇ ਨੂੰ ਕਿਸੇ ਨੇ ਮਾਰਤਾ ਸੀ। ਮੇਰੇ ਪਾਪਾ ਨੇ ਉੱਥੋਂ ਵੀ ਪੈਸੇ ਖਾਦੇ। ਮੇਰੇ ਪਾਪਾ ਜਿਹੜੇ ਆ ਦੂਜੇ ਥਾਂ ਮੇਰੀ ਮੰਮੀ ਬੈਠੇ ਹੋਏ, ਮੇਰੇ ਪਾਪਾ ਮੈਨੂੰ ਚੰਗਾ ਨਹੀਂ ਸਮਝਦੇ ਵੀ। ਦੂਜੇ ਥਾਂ ਵੀ ਪੈਸੇ ਖਾਦੇ ਨਾ, ਦੂਜੇ ਥਾਂ ਵਿਆਹ ਕੀਤਾ ਉੱਥੋਂ ਵੀ ਪੈਸੇ ਖਾਦੇ। ਉਹ ਵੀ ਮੈਨੂੰ ਮਾਰਦਾ ਕੁੱਟਦਾ ਸੀ, ਨਸ਼ੇ ਕਰਕੇ ਬੈਲਟਾਂ ਨਾਲ ਕੁੱਟਦਾ ਹੁੰਦਾ ਸੀ। ਤੀਜੇ ਥਾਂ ਮੰਮੀ ਪਾਪਾ ਨੇ ਇੱਥੇ ਵਿਆਹ ਕੀਤਾ ਵਾ। ਇੱਥੇ ਮੈਂ ਜਦੋਂ ਦੀ ਵਿਆਹੀ ਇੱਥੋਂ ਵੀ ਇਹਨਾਂ ਨੇ 5000 ਰੁਪਇਆ ਖਾਦਾ ਲੈ ਕੇ। ਮੇਰਾ ਕੋਈ ਪਤਾ ਨਹੀਂ ਲੈਂਦਾ ਗਾ। ਮੈਨੂੰ ਕਹਿੰਦੇ ਵੀ पापा ने खादे? ਹਾਂਜੀ, ਕਹਿੰਦੇ ਵੀ ਤੂੰ ਮਾਰੀ ਚੁੱਕੀ ਆ। ਮੰਮੀ ਵੀ ਉਹੋ ਜਿਹੇ ਹੋ ਗਏ ਆ। ਜਿਹੜੇ ਪਹਿਲਾਂ 3 ਬੱਚੇ ਆ ਉਹ ਕਿੱਥੇ, ਉਹਨਾਂ ਕੋਲ ਹੀ ਆ? ਹਾਂਜੀ, ਉਹ ਸਹੁਰਿਆਂ ਕੋਲ ਆ। ਉਹ ਬਿਲਕੁਲ ਕਹਿੰਦੇ ਠੀਕ ਠਾਕ ਆ, ਵੀ ਜਵਾਨ ਹੋਏ, ਕਹਿੰਦੇ ਬਾਹਰ ਗਏ ਆ ਦੋਵੇਂ ਭੈਣ ਭਰਾ ਹੀ। ਇੱਕ ਬੇਟੀ ਜਿਹੜੀ ਉਹ ਮੰਮੀ ਹੋਣਾ ਨੇ ਰੱਖ ਲਈ ਸੀਗੀ। ਤੇ ਭੈਣੇ ਜਿਹੜੇ ਮੰਨ ਲਓ ਤੁਹਾਡੇ ਤੁਸੀਂ ਦੱਸਦੇ ਸੀ ਮੇਰੇ ਬੱਚਿਆਂ ਦੀ ਡੈਥ ਵੀ ਹੋ ਚੁੱਕੀ ਹੈ। ਇਹਨਾਂ ਦੇ ਜਦੋਂ ਇਹਨਾਂ ਦੇ ਬਿਠਾਇਆ ਸੀ ਨਾ, ਮੈਨੂੰ ਇੱਥੇ ਆ ਕੇ ਮੇਰੇ ਬੱਚੇ ਦੇ ਹੋਣੇ ਸ਼ੁਰੂ ਹੋ ਗਏ ਸੀਗੇ। ਕਿੰਨੇ ਬੱਚਿਆਂ ਦੀ ਡੈਥ ਹੋਈ ਹੈ? ਮੇਰੇ 2 ਕੇਸ ਮੇਰੇ ਖਰਾਬ ਹੋ ਗਏ, 3 ਬੱਚੇ ਮੇਰੇ ਖਤਮ ਹੋ ਗਏ ਆ ਕੇਸ ਹੋਣ ਤੋਂ ਬਾਅਦ। 3 ਬੱਚਿਆਂ ਦੀ ਡੈਥ ਹੋ ਗਈ। ਹਾਂਜੀ ਕਿੰਨੇ ਟਾਈਮ ਦੇ ਸੀਗੇ ਉਹ? ਵੀਰੇ ਇਤਨਾ ਹੀ, ਇੱਕ 7 ਮਹੀਨੇ ਚ ਹੋਇਆ ਸੀ, ਇੱਕ 4 ਕੁ ਮਹੀਨੇ ਚ ਹੋ ਗਿਆ ਸੀਗਾ। ਮਤਲਬ ਕਿੰਨੇ ਦਿਨ, ਮਤਲਬ 7 ਮਹੀਨੇ ਜੀ ਠੀਕ ਰਿਹਾ? ਹਾਂਜੀ ਬੇਟਾ ਸੀ? ਹਾਂਜੀ ਬੇਟਾ ਹੀ, 1 ਹਫ਼ਤਾ ਰਿਹਾ ਮੇਰੇ ਕੋਲ। 2 ਬੇਟੀਆਂ ਖਤਮ ਹੋਈਆਂ। 2 ਬੇਟੀਆਂ। ਹਾਂਜੀ ਤੇ ਹੁਣ ਇਹ ਚੌਥੀ ਅਵਨੀਤ ਕੌਰ ਆ ਬੱਚੀ ਹੈ ਨਾ, ਜਿਹੜੀ ਸੁਖਦੀਪ ਕੌਰ ਭੈਣ ਦੀ ਗੋਦੀ ਦੇ ਵਿੱਚ ਆ, ਹੈ ਨਾ। ਤੇ ਜਦੋਂ ਅਸੀਂ ਅਵਨੀਤ ਨੂੰ ਇੱਥੇ ਐਡਮਿਟ ਕਰਾਇਆ ਸੀ ਪਹਿਲੀ ਵਾਰੀ ਟ੍ਰੀਟਮੈਂਟ ਲਈ, ਹੈ ਨਾ, ਡਾਕਟਰਾਂ ਨਾਲ ਗੱਲ ਕੀਤੀ ਸੀਗੀ, ਤਾਂ ਉਦੋਂ ਵੀ ਸਾਨੂੰ ਡਾਕਟਰਾਂ ਨੇ ਕੋਈ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਸੀ ਦਿੱਤਾ, ਕਿਉਂਕਿ ਡਾਕਟਰ ਕਹਿੰਦੇ ਸੀ ਇਹਦੀ ਇਨਫੈਕਸ਼ਨ ਬਹੁਤ ਜ਼ਿਆਦਾ ਵਧੀਆ। ਕਿਉਂਕਿ ਇਹਦੇ ਬੱਚੀ ਦੇ ਨਾ ਇੱਥੇ ਪੇਟ ਦੇ ਵਿੱਚ ਜਿਹੜਾ ਸਟੰਟ ਪਾ ਕੇ ਡਾਕਟਰਾਂ ਨੇ ਇੱਥੋਂ ਲਿਆਂਦਾ ਹੋਇਆ ਸੀ। ਇਹਨਾਂ ਨੇ ਪਹਿਲਾਂ ਕਿਤੋਂ ਪਟਿਆਲੇ ਜਲੰਧਰ ਤੋਂ ਪਵਾਇਆ ਸੀ, ਤੇ ਸਾਰਾ ਪੈਸਾ ਪੂਸਾ ਖਰਚ ਕੇ ਬਾਪ ਨੇ ਆਪਣੇ ਇਲਾਜ ਤੇ ਪੈਸੇ ਜਿਹੜੇ ਇਕੱਠੇ ਕੀਤੇ ਸੀ ਉਹ ਆਪਣੀ ਧੀ ਤੇ ਲਾਤੇ ਸੀ ਵੀ ਚਲੋ ਕਿਸੇ ਤਰੀਕੇ ਬਚ ਜਾਵੇ। ਤੇ ਉਹ ਸਟੰਟ ਵੀ ਖਰਾਬ ਹੋ ਗਿਆ ਸੀ। ਇੱਥੇ ਸਾਰੇ ਬਲੋਕੇਜ ਆ ਗਈ ਸੀ ਤੇ ਇੱਥੇ ਰੈਡਨੈਸ ਹੋ ਗਈ ਸੀ, ਇਹਦਾ ਜ਼ਖਮ ਬਣ ਚੱਲਿਆ ਸੀ ਇਹਦੇ ਪੇਟ ਦੇ ਵਿੱਚ ਇੱਥੇ। ਤਾਂ ਫਿਰ ਅਸੀਂ ਡਾਕਟਰਾਂ ਨਾਲ ਗੱਲ ਕੀਤੀ ਤਾਂ ਅਵਨੀਤ ਵਾਸਤੇ ਆਹ ਦੇਖੋ ਆਹ ਰੈਡਨੈਸ ਆ ਜਿਹੜੀ ਨਾ, ਇੱਥੇ ਪਾਈਪ ਪਾ ਕੇ ਡਾਕਟਰਾਂ ਨੇ ਉੱਪਰੋਂ ਲੈ ਕੇ ਆਂਦਾ ਹੋਇਆ ਸੀਗਾ। ਤਾਂ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਪਤਾ ਨਹੀਂ ਕੀ ਰਜਾ ਸੀ, ਡਾਕਟਰਾਂ ਨੇ ਪੁਰਾਣਾ ਸਟੰਟ ਸੀ ਜਿਹੜਾ ਉਹ ਕੱਢਤਾ ਸੀ। ਉਹ ਕਹਿੰਦੇ ਸੀ ਵੀ ਜੇ ਆਪਾਂ ਨਵਾਂ ਸਟੰਟ ਪਾਵਾਂਗੇ ਵੀ ਕੋਈ ਸਕੋਪ ਨਹੀਂ, ਕੋਈ ਚਾਂਸ ਨਹੀਂ ਹੈਗੇ ਵੀ ਇਹਦੇ
ਉਹ ਸਟੰਟ ਪਾਉਣ ਤੋਂ ਬਾਅਦ ਇਹਦੀ ਜਿਹੜੀ ਆ ਜ਼ਿੰਦਗੀ ਬਚ ਸਕੇ। ਪਰ ਅਸੀਂ ਹੁਣ ਭੈਣ ਦੀ ਅੱਖਾਂ ਦੇ ਹੰਝੂ ਦੇਖਣ ਦੇ ਬਾਵਜੂਦ, ਇਹਨੂੰ ਰੋਂਦੀ ਬਿਲਕਦੀ ਨੂੰ ਦੇਖਣ ਦੇ ਬਾਵਜੂਦ ਮੈਨੂੰ ਤਾਂ ਫੇਸ ਹੀ ਨਹੀਂ ਸੀ ਕਰ ਹੋ ਰਿਹਾ 3 ਦਿਨਾਂ ਤੋਂ। ਮੈਂ ਭੈਣ ਨੂੰ ਜੇ ਲੰਘਦੀ ਦੇਖਦਾ ਵੀ ਸੀ, ਮੈਂ ਪਾਸੇ ਨੂੰ ਹੋ ਜਾਂਦਾ ਸੀ ਵੀ ਇੱਕ ਮਾਂ ਨੂੰ ਮੈਂ ਕੀ ਕਹਾਂ। ਹਾਲਾਂਕਿ ਡਾਕਟਰਾਂ ਨੇ ਵੀ ਬਿਠਾ ਕੇ ਸਮਝਾਤਾ ਸੀਗਾ ਇਹਨਾਂ ਦੇ ਹਸਬੈਂਡ ਨੂੰ ਵੀ, ਭੈਣ ਨੂੰ ਵੀ, ਤੇ ਦੋਨਾਂ ਜਣਿਆਂ ਨੂੰ, ਅਵਨੀਤ ਦੇ ਮੰਮੀ ਡੈਡੀ ਨੂੰ। ਤੇ ਫਿਰ ਪਰਸੋਂ ਅਸੀਂ ਇਹਨਾਂ ਦੇ ਡੈਡੀ ਨੂੰ ਐਡਮਿਟ ਕਰਾਤਾ ਸੀ ਹਸਪੀਟਲ 'ਚ ਵੀ ਚਲੋ ਅਵਨੀਤ ਦੀ ਤਾਂ ਜੋ ਪਰਮਾਤਮਾ ਨੇ ਲਿਖੀ ਹੈ ਕਿਸਮਤ 'ਚ ਉਹੀ ਹੋਣਾ, ਵੀ ਤੁਹਾਡਾ ਤਾਂ ਟ੍ਰੀਟਮੈਂਟ ਕਰਾਈਏ, ਕਿਉਂਕਿ ਉਹ ਤੋਂ ਵੀ ਨਹੀਂ ਹੁਣ ਤੁਰ ਹੁੰਦਾ ਸੀ। ਉਹਦਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਅਵਨੀਤ ਵਾਸਤੇ, ਤੇ ਉਹ ਵੀ ਵਿਚਾਰਾ ਅੱਧਾ ਉੱਦਾਂ ਹੀ ਰਹਿ ਗਿਆ ਸੀ। ਤੇ ਕੱਲ ਅਵਨੀਤ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਇੱਥੇ ਸਾਡੇ ਕੋਲੇ। ਇੱਕਦਮ ਹੀ ਇਹਨੂੰ ਕੱਲ ਦੌਰੇ ਵੀ ਪੈ ਰਹੇ ਸੀ। ਇੱਕ ਭੈਣ ਆਈ ਹੋਈ ਹੈ ਸਾਡੇ ਕੋਲੇ, ਮੈਂਟਲੀ ਠੀਕ ਨਹੀਂ, ਉਹ ਕਾਫੀ ਜ਼ਿਆਦਾ ਡਿਸਟਰਬ ਆ, ਉਹਨੇ ਕਿਤੇ ਇਹਦੇ ਸਿਰ ਤੇ ਮਾਰਤਾ ਮਾੜਾ ਜਿਹਾ। ਉਸ ਤੋਂ ਬਾਅਦ ਅਵਨੀਤ ਨੂੰ ਦੌਰੇ ਪੈਣ ਲੱਗ ਗਏ। ਕੱਲ ਕਿੰਨੇ ਕੁ ਦੌਰੇ ਪਏ ਭੈਣੇ? ਵੀਰੇ ਦੌਰੇ ਨੂੰ ਮਤਲਬ ਉੱਥੇ ਵੀ ਜਾ ਕੇ ਪੈਂਦੇ ਰਹੇ ਲਗਾਤਾਰ, ਜਿੰਨੇ ਚ ਦਵਾਈ ਨਹੀਂ ਮੰਨ ਲਓ 1 ਘੰਟੇ 'ਚ ਕਿੰਨੇ ਕੁ ਦੌਰੇ ਪੈ ਜਾਂਦੇ ਸੀ? ਘੰਟੇ ਚ 2-3 ਵਾਰੀ ਤਾਂ ਪੈ ਹੀ ਜਾਂਦਾ ਸੀਗਾ। ਜਾਣੀ ਕਿ ਇਹਨੂੰ ਇੰਨੇ ਦੌਰੇ ਪੈਂਦੇ ਸੀਗੇ। ਤੇ ਡਾਕਟਰਾਂ ਨੇ ਸਾਨੂੰ ਪਹਿਲਾਂ ਹੀ ਕਹਿਤਾ ਸੀਗਾ ਵੀ ਇਹਦਾ ਬ੍ਰੇਨ ਆ ਜਿਹੜਾ ਵੀ ਅੰਦਰੋਂ ਖਤਮ ਆ। ਜੇ ਆਪਾਂ ਬਚਾ ਵੀ ਲਈਏ ਸਟੰਟ ਪਾ ਕੇ, ਵੀ ਜਦੋਂ ਇਹ ਵੱਡੀ ਹੋਊਗੀ ਤਾਂ ਇਹਦੇ ਬ੍ਰੇਨ ਨੇ ਕੰਮ ਨਹੀਂ ਕਰਨਾ। ਪਰ ਇਹੀ ਸੇਮ ਕੇਸ ਸਾਨੂੰ ਅਵਨੀਤ ਮੌਕੇ, ਆਪਣੇ ਜੈਵੀਰ ਮੌਕੇ ਵੀ ਇਹੀ ਗੱਲ ਕਹੀ ਗਈ ਸੀ। ਆਹ ਜੈਵੀਰ ਦੀ ਪੁਰਾਣੀ ਵੀਡੀਓ ਉਸ ਟਾਈਮ ਦੀ। ਤੇ ਅਵਨੀਤ ਦੀ ਤਾਂ ਸਮੱਸਿਆ ਹੀ ਨਹੀਂ ਓਡੀ ਵੱਡੀ ਜਿੱਡੀ ਜੈਵੀਰ ਦੀ ਸੀਗੀ। ਜੈਵੀਰ ਦੀਆਂ ਤਾਂ ਸਰੀਰ ਦੀਆਂ ਕੱਲੀਆਂ ਨਸਾਂ ਵੀ ਦਿਖਾਈ ਦਿੰਦੀਆਂ ਸੀ। ਸਿਰ ਉਹਦਾ ਫੁੱਟਬਾਲ ਤੋਂ ਵੀ ਵੱਡਾ ਹੋਇਆ ਸੀ, ਤੇ ਬੋਡੀ ਦਾ ਸਾਈਜ਼ ਉਹਦਾ ਇਦਾਂ ਹੋਇਆ ਸੀ ਜਿਵੇਂ ਕੈਲੀ ਦਾ ਬੱਚਾ ਹੋਵੇ, ਇਦਾਂ ਦੇ ਉਹਦੇ ਹੱਥ ਪੈਰ ਹੋਏ ਪਏ ਸੀਗੇ। ਪਰ ਜਿਹੜੀ ਡਾਕਟਰਾਂ ਦੀ ਗੱਲ ਨੂੰ ਇਹ ਠਹਿਰਾਉਣ ਵਾਲੀ ਗੱਲ, ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਇਦਾਂ ਹੋ ਗਿਆ ਜੈਵੀਰ। ਥੋੜ੍ਹੇ ਟਾਈਮ ਬਾਅਦ ਫਿਰ ਜੈਵੀਰ ਦੀ ਸਥਿਤੀ ਬਦਲਦੀ ਰਹੀ। ਫਿਰ ਜੈਵੀਰ ਅੱਜ ਹੋਰ ਕੱਲ੍ਹ ਹੋਰ ਠੀਕ ਹੁੰਦਾ ਕਾਫੀ ਹੱਦ ਤੱਕ ਜੈਵੀਰ ਦੀ ਸਿਹਤ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਸੀਗਾ। ਉਹਦੀਆਂ ਅੱਖਾਂ ਵਗੈਰਾ ਥੋੜ੍ਹੀਆਂ ਹਿੱਲਣ ਲੱਗ ਗਈਆਂ ਸੀ। ਪਹਿਲਾਂ ਤਾਂ ਅੱਖਾਂ ਹੀ ਉਹਦੀਆਂ ਖਤਮ ਹੋ ਗਈਆਂ ਪਈਆਂ ਸੀਗੀਆਂ। ਤਾਂ ਫਿਰ ਅੱਜ ਜੈਵੀਰ ਬਿਲਕੁਲ ਤੰਦਰੁਸਤ ਆ, ਆਪਣੇ ਮਾਂ-ਬਾਪ ਦੇ ਕੋਲੇ ਆ। ਡਾਕਟਰ ਕਹਿੰਦੇ ਸੀ ਨਾ ਇਹਨੂੰ ਆਵਾਜ਼ ਸੁਣਿਆ ਕਰਨੀ ਹੈ ਕੋਈ, ਨਾ ਇਹ ਹੱਸਿਆ ਕਰੂਗਾ, ਨਾ ਇਹਨੂੰ ਲੈਟਰਿਨ ਬਾਥਰੂਮ ਦਾ ਪਤਾ ਲੱਗੂਗਾ। ਤੇ ਅੱਜ ਜੈਵੀਰ ਨੂੰ ਹਰ ਉਹ ਚੀਜ਼ ਪਤਾ ਲੱਗਦੀ ਆ, ਹਰ ਉਹ ਗੱਲ ਮਹਿਸੂਸ ਹੁੰਦੀ ਆ ਉਹਨੂੰ, ਬੱਚੇ ਨੂੰ, ਜਿਹੜੀ ਹੋਣੀ ਚਾਹੀਦੀ ਹੈ ਇੱਕ ਆਮ ਬੱਚਿਆਂ ਨੂੰ। ਤੇ ਅੱਜ ਜੇ ਆਪਾਂ ਗੱਲ ਕਰੀਏ ਅਵਨੀਤ ਦੀ, ਤੇ ਗੁਰੂ ਦੀ ਕਿਰਪਾ, ਸੱਚੇ ਪਾਤਸ਼ਾਹ ਦੀ, ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ ਦੇ ਨਾਲ ਅੱਜ ਅਸੀਂ ਅਵਨੀਤ ਨੂੰ ਦਾਖਲ ਕਰਾਇਆ ਸੀਗਾ। ਰਾਤ ਕਰਾਇਆ ਸੀ ਦਾਖਲ। ਰਾਤ ਕਿਉਂਕਿ ਇੱਕਦਮ ਨੀਲੀ ਹੋ ਚੱਲੀ, ਸਾਨੂੰ ਐ ਸੀਗਾ ਵੀ ਕੁਝ ਵੀ ਹੋ ਸਕਦਾ, ਕਿਉਂਕਿ ਚਾਹੇ ਡਾਕਟਰਾਂ ਨੇ ਜਵਾਬ ਹੀ ਦੇਤਾ। ਤੇ ਮਾਂ ਬਿਲਕਦੀ ਰੋਂਦੀ ਨਹੀਂ ਸੀ ਦੇਖੀ ਜਾ ਰਹੀ ਸਾਤੋਂ। ਮਾਂ ਆਪ ਮਰਨ ਵਾਲੀ ਹੋਈ ਪਈ ਸੀ, ਸੁਖਦੀਪ ਭੈਣ। ਤੇ ਅਸੀਂ ਵੀ ਰਾਤ ਬਾਹਰ ਗਏ ਹੋਏ ਸੀਗੇ। ਤੇ ਜਦੋਂ ਫੋਨ ਆਇਆ ਵੀ ਅਵਨੀਤ ਦੇ ਬੱਚੀ ਦੇ ਮੰਮੀ ਆ ਜਿਹੜੇ ਬਹੁਤ ਜ਼ਿਆਦਾ ਢਿੱਲੇ ਆ, ਵੀ ਉਹ ਟੈਨਸ਼ਨ ਬਾਹਲੀ ਲੈ ਰਹੇ, ਅਵਨੀਤ ਦਾ ਵੀ ਹਾਲਤ ਮਾੜੀ ਆ, ਨੀਲੀ ਹੋਈ ਪਈ ਆ। ਤਾਂ ਅਸੀਂ ਫੋਨ ਕਿਹਾ ਕਰਕੇ ਗਗਨ ਨੂੰ ਵੀ ਤੁਸੀਂ ਇਹਨੂੰ ਭੇਜੋ ਹਸਪੀਟਲ, ਆਪਾਂ ਦਾਖਲ ਕਰਾਉਂਦੇ ਆ। ਤੇ ਰਾਤ ਅਸੀਂ ਅਵਨੀਤ ਨੂੰ ਦਾਖਲ ਕਰਾਤਾ। ਉੱਥੇ ਦੌਰੇ ਵੀ ਪਏ ਆ ਹਸਪਤਾਲ 'ਚ। ਪਰ ਡਾਕਟਰਾਂ ਨੇ ਫਿਰ ਟੈਸਟ ਕੀਤੇ ਕੁਛ, ਉਹ ਡਾਕਟਰਾਂ ਨੇ ਇਹਦੀਆਂ ਰਿਪੋਰਟਾਂ ਦੇਖੀਆਂ ਜਿਹੜੀਆਂ, ਉਹਦੇ ਮੁਤਾਬਕ ਡਾਕਟਰ ਕਹਿੰਦੇ ਅਵਨੀਤ ਦੀ ਪਹਿਲਾਂ ਨਾਲੋਂ ਸਥਿਤੀ ਬਹੁਤ ਠੀਕ ਆ। ਉਹਨਾਂ ਨੇ ਪਾਣੀ ਕੱਢਿਆ ਸਿਰ 'ਚੋਂ ਨਾਲੇ ਕੱਲ੍ਹ ਰਾਤ। ਉਹ ਕਹਿੰਦੇ ਹੁਣ ਆਪਰੇਸ਼ਨ ਕੀਤਾ ਜਾ ਸਕਦਾ ਅਵਨੀਤ ਦਾ। ਆਪਾਂ ਜੈਵੀਰ ਦੀ ਗੱਲ ਕਰਦੇ ਸੀ, ਜਿਹਦੀ ਪਹਿਲਾਂ ਵੀ ਮੈਂ ਤੁਹਾਨੂੰ ਤਸਵੀਰ ਦਿਖਾਈ, ਉਹਨੂੰ ਜਵਾਬ ਦਿੱਤਾ ਸੀ ਡਾਕਟਰਾਂ ਨੇ। ਹੁਣ ਜੈਵੀਰ ਇੱਦਾਂ ਦਾ ਵਾ। ਇਹ ਜੈਵੀਰ ਦੀ ਜਿਹੜੀ ਹਾਲਤ ਸੀਗੀ, ਉਹਦੇ ਮੁਕਾਬਲੇ ਦੇ ਵਿੱਚ ਤਾਂ ਇਹਦੀ ਸਮੱਸਿਆ ਐਡੀ ਵੱਡੀ ਹੈ ਹੀ ਨਹੀਂ ਗੀ ਬੱਚੀ ਦੀ, ਤੇ ਜਿਹੜੀ ਜੈਵੀਰ ਦੀ ਸਮੱਸਿਆ ਸੀਗੀ। ਪਰ ਹੁਣ ਤੁਸੀਂ ਹੋਰ ਇੱਕ, ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਸਾਨੂੰ ਲੋੜ ਆ। ਅਸੀਂ ਹੁਣ ਅਵਨੀਤ ਨੂੰ ਐਡਮਿਟ ਕਰਾਉਣ ਲੱਗੇ ਆ ਹਸਪੀਟਲ 'ਚ। ਡਾਕਟਰਾਂ ਨੇ ਕਿੰਨੇ ਦਾ ਗਗਨ ਇੱਧਰ ਆ ਕੇ ਕਿੰਨਾ ਖਰਚਾ ਦੱਸਿਆ ਜੀ ਇਹਨਾਂ ਦਾ? ਸਟੰਟ ਪੈਣਾ ਵਾ, ਉਹ ਵੱਖਰੀ ਗੱਲ ਕਰਾਈ ਡਾਕਟਰ ਸਾਹਿਬ ਨਾਲ। ਤੇ ਹੁਣ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਜੀ। ਸਾਡੀ ਜੋੜ ਕੇ ਹੱਥ ਬੇਨਤੀ ਆ ਦੋਨੇ ਤੁਹਾਨੂੰ,
ਵੀ ਇਸ ਬੱਚੀ ਵਾਸਤੇ ਹੁਣ ਅਰਦਾਸ ਕਰ ਦਿਓ। ਜੇ ਗੁਰੂ ਨੇ ਅਰਦਾਸ ਬੇਨਤੀਆਂ ਸੁਣੀਆਂ ਤਾਂ ਤੁਹਾਡੀ ਥੋੜੀ ਜੀ ਸਪੋਰਟ ਦੀ ਸਾਨੂੰ ਲੋੜ ਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਇੱਕ ਅਵਨੀਤ ਵਾਸਤੇ ਗੱਲ ਕਰ ਰਿਹਾ ਸੀ ਮੈਂ, ਬੱਚੀ ਵਾਸਤੇ। ਇਹਨਾਂ ਨੂੰ ਫਿਰ ਕਰਾ ਦਈਏ ਡਾਕਟਰ ਸਾਹਿਬ ਐਡਮਿਟ ਅਸੀਂ? ਕਰਾ ਲਓ, ਮੇਰੇ ਖਿਆਲ ਤੋਂ ਸਰ ਇਹਨੇ ਬਾਰ-ਬਾਰ ਇਹਦਾ ਟ੍ਰੇਨ ਕਰਨ ਨਾਲ ਇੱਕ ਵਾਰ ਛੱਡ ਦਾ ਕਰਾ ਦਿੰਦੇ ਆ। ਠੀਕ ਹੈ ਸਰ, ਕਿਉਂਕਿ ਟਰਾਈ ਕਰ ਲੈਂਦੇ ਆ, ਜੋ ਵੀ ਹੋਏਗਾ ਮਿਨੀਮਮ ਅਸੀਂ ਦੇਖਾਂਗੇ। ਮੈਂ ਸਫਲ ਦੇ ਨਾਲ ਇੱਕ ਵਾਰੀ ਗੱਲ ਕਰਾਂ ਤੇ ਇੱਕ ਵਾਰ ਕਰਾ ਕੇ ਦੇਖ ਲੈਂਦੇ ਆ। ਅਗਰ ਕਿਸਮਤ ਠੀਕ ਹੈ, ਨਹੀਂ ਹੋ ਤਾਂ ਫਿਰ ਐਟਲੀਸਟ ਯਾਨੀ ਕਿ ਲੱਗੀ ਜਾਂਦਾ ਹੈ ਕਿ ਸਾਡਾ ਹੋਇਆ ਨਹੀਂ ਇਲਾਜ। ਹਾਂ ਆ ਬਿਲਕੁਲ ਉਹਨਾਂ ਨੂੰ ਤਾਂ ਮਾਂ ਨੂੰ ਤਾਂ ਹੀ ਲੱਗ ਰਿਹਾ ਵਾ ਵੀ ਮੇਰੀ ਬੱਚੀ ਦਾ ਵਾਹਿਗੁਰੂ ਮਿਹਰ ਕਰੇ। ਜਾਣੀ ਕਿ ਪਹਿਲਾਂ ਨਾਲੋਂ ਕੁਝ ਬੈਟਰ ਆ ਸਥਿਤੀ ਇਹਦੀ? ਬੈਟਰ ਤਾਂ ਦੇਖੋ ਨਹੀਂ ਹੈ, ਪਰ ਇਹਨੂੰ ਬਾਰ-ਬਾਰ ਨਾ ਸਿਰ ਪਾਣੀ ਭਰ ਜਾਂਦਾ, ਫਿਰ ਉਹ ਸੂਈ ਨਾਲ ਡਰੇਨ ਕਰਨਾ ਚੰਗਾ ਨਹੀਂ। ਮੁਸ਼ਕਿਲ ਆ। ਭੱਜਦੇ ਰਹੀ ਹੈ ਹਸਪੀਟਲ, ਅਗਰ ਭੱਜ ਹੀ ਰਿਹਾ ਤਾਂ ਆਪਾਂ ਛੱਡ ਕਰਾ ਦਿੰਦੇ ਜਾਂ ਤਾਂ ਦੇਖੋ ਇਹ ਸਮਝ ਜਾਂਦੇ ਡਰ ਲੈ ਕੇ ਬਹਿ ਜਾਂਦੇ ਕਿਸੇ ਜੀ ਨਹੀਂ ਮਾਂ ਲਈ ਇਹ ਮੁਸ਼ਕਿਲ ਆ। ਐਕਸੈਪਟ ਨਹੀਂ ਕਰ ਰਹੇ, ਇਹਨਾਂ ਨੂੰ ਚਾਂਸ ਦੇ ਦੇਣਾ ਚਾਹੀਦਾ। ਮੇਰਾ ਠੀਕ ਹੈ ਸਰ, ਫਿਰ ਅਸੀਂ ਹੁਣ ਭੇਜ ਦਈਏ ਕਿ ਸਵੇਰੇ ਭੇਜੀਏ ਸਰ? ਹਾਂਜੀ ਹੁਣ ਭੇਜੋ ਸਰ। ਮੈਂ ਨਾ ਇਸ ਟਾਈਮ ਤਾਂ ਕੁਝ ਨਹੀਂ, ਕੱਲ ਸਵੇਰੇ ਮੈਂ ਇੱਕ ਵਾਰ ਡਾਕਟਰ ਦਪਿੰਦਰ ਨਾਲ ਵੀ ਗੱਲ ਕਰ ਲਵਾਂ ਜਿਨ੍ਹਾਂ ਨੇ ਕਰਨਾ ਹੈ ਜੀ। ਫਿਰ ਉਹਨਾਂ ਨਾਲ ਗੱਲ ਕਰਨਾ ਕਦੋਂ ਕਰਨਾ ਚਾਹੁੰਦੇ ਉਸੇ ਨਾਲ ਕੱਲ ਸਵੇਰੇ ਭੇਜ ਦਿਓ। ਬਸ ਠੀਕ ਹੈ ਸਰ, ਸਵੇਰੇ ਅਸੀਂ ਐਡਮਿਟ ਕਰਾ ਦਾਂਗੇ। ਤੁਹਾਡਾ ਬਹੁਤ ਧੰਨਵਾਦ ਸਰ, ਤੁਸੀਂ ਸਾਡੀ ਇੰਨੀ ਸਪੋਰਟ ਕਰਦੇ ਹੋ। ਥੈਂਕ ਯੂ। ਮੈਂ ਦੋ ਤਿੰਨ ਦਿਨ ਛੁੱਟੀ ਤੇ ਰਹੂੰਗਾ, ਪਰ ਕੋਈ ਨਹੀਂ, ਆਪਣੀ ਟੀਮ ਇੱਥੇ ਹੈਗੀ ਹੈ, ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ ਡਾਕਟਰ ਸਾਹਿਬ, ਠੀਕ ਹੈ। ਦੇਖੋ ਡਾਕਟਰ ਗੁਰਪ੍ਰੀਤ ਤੇ ਡਾਕਟਰ ਦੀਪਿੰਦਰ ਜੀ ਬਹੁਤ ਸਿਆਣੇ ਡਾਕਟਰ ਨੇ। ਡਾਕਟਰ ਦੀਪਿੰਦਰ ਅਪੋਲੋ ਦੇ ਵਿੱਚ ਲੱਗੇ ਹੋਏ ਨੇ, ਸਰਜਨ ਨੇ, ਬਹੁਤ ਸਿਆਣੇ ਨਿਊਰੋਲੋਜੀ ਦੇ। ਪਹਿਲਾਂ ਮੇਰੇ ਆਪਣੀ ਸਿਸਟਰ ਦਾ ਆਪਰੇਟ ਅਸੀਂ ਅੱਜ ਤੋਂ ਕਰੀਬ 8-9 ਸਾਲ ਪਹਿਲਾਂ ਕਰਾਇਆ ਸੀ ਉਹਨਾਂ ਤੋਂ, ਤੇ ਉਹਨਾਂ ਦੇ ਵੀ ਸਿਰ ਦੇ ਵਿੱਚ ਬਹੁਤ ਸਾਰੀ ਵੱਡੀ ਇੱਕ ਰਸੌਲੀ ਸੀਗੀ। ਅੱਜ ਉਹ ਬਿਲਕੁਲ ਤੰਦਰੁਸਤ ਨੇ, ਬਹੁਤ ਹੀ ਸਿਆਣੇ ਡਾਕਟਰ ਨੇ। ਡਾਕਟਰ ਗੁਰਪ੍ਰੀਤ ਖੁਦ ਆਪ ਬਹੁਤ ਸੱਜੇ ਤੇ ਸਿਆਣੇ ਨੇ, ਸੂਝਵਾਨ ਨੇ, ਤੇ ਇਹਨਾਂ ਦੋਨਾਂ ਡਾਕਟਰਾਂ ਦੀ ਟੀਮ ਨੇ ਆਪਰੇਟ ਕਰਨਾ ਬੱਚੀ ਦਾ। ਤੇ ਡਾਕਟਰਾਂ ਨੇ ਵੀ ਇਹੀ ਕਿਹਾ ਵੀ ਬਾਰ-ਬਾਰ ਡਰੇਨ ਕਰਨ ਦੀ ਬਜਾਏ, ਬਾਰ-ਬਾਰ ਸਿਰ 'ਚੋਂ ਪਾਣੀ ਕੱਢਣ ਦੀ ਬਜਾਏ ਆਪਾਂ ਨੂੰ ਇੱਕ ਚਾਂਸ ਲੈ ਲੈਣਾ ਚਾਹੀਦਾ ਵਾ। ਇੱਕ ਵਾਰ ਆਪਾਂ ਨੂੰ ਇਸ ਬੱਚੀ ਦੇ ਸਟੰਟ ਪਾ ਕੇ ਉਹਦਾ ਆਪਰੇਟ ਕਰ ਲੈਣਾ ਚਾਹੀਦਾ ਵਾ। ਤੇ ਬਸ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਵੀ ਜਿਹੜਾ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ, ਇੱਕ ਚਾਂਸ ਅਸੀਂ ਲੈਣ ਲੱਗੇ ਹਾਂ, ਤੇ ਉਹ ਚਾਂਸ ਇਹਦੀ ਲਾਈਫ ਦਾ ਉਹ ਚਾਂਸ ਹੋਵੇ ਜਿਹਦੇ ਨਾਲ ਇਹ ਆਉਣ ਵਾਲਾ ਜੀਵਨ ਚੰਗਾ ਬਤੀਤ ਕਰ ਸਕੇ। ਸਾਡਾ ਤਸਵੀਰਾਂ ਜੈਵੀਰ ਦੀਆਂ ਇੰਨੀਆਂ ਪੁਰਾਣੇ ਸਮੇਂ ਦੀਆਂ ਉਹ ਤਸਵੀਰਾਂ ਦਿਖਾਉਣ ਦਾ ਮਕਸਦ ਸਾਡਾ ਆਹੀ ਸੀਗਾ ਵੀ ਤੁਸੀਂ ਦੇਖ ਸਕੋ, ਸਮਝ ਸਕੋ ਵੀ ਜੇ ਅੱਜ ਉਹ ਬੱਚਾ ਜਿਹਨੂੰ CMC ਹਸਪੀਟਲ ਦੇ ਡਾਕਟਰਾਂ ਨੇ ਜਵਾਬ ਦਿੱਤਾ ਸੀ, ਕਹਿਤਾ ਸੀਗਾ ਵੀ ਇਹਦਾ ਕੋਈ ਹੱਲ ਨਹੀਂ, ਅੱਜ ਉਹ ਬੱਚਾ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ, ਆਪਣੇ ਮਾਂ ਪਿਓ ਦੀ ਝੋਲੀ 'ਚ ਪਿਆ ਜੈਵੀਰ, ਹੱਸਦਾ ਖੇਡਦਾ, ਮਾਂ ਪਿਓ ਦੀਆਂ ਉਹ ਸਾਰੀਆਂ ਆਸਾਂ ਉਮੀਦਾਂ ਪੂਰੀਆਂ ਕਰ ਰਿਹਾ। 3 ਭੈਣਾਂ ਦਾ ਇਕੱਲਾ ਭਰਾ ਸੀ ਉਹ ਵੀ। ਤਾਂ ਫਿਰ ਇਹਦੀ ਤਾਂ ਜਿਹੜੀ ਜ਼ਿਆਦਾ ਵੱਡੀ ਸਮੱਸਿਆ ਹੈ ਹੀ ਨਹੀਂ ਬੱਚੇ ਦੀ, ਜਿਹੜੀ ਅਵਨੀਤ ਕੌਰ ਦੀ। ਸਾਡੇ ਮਾਤਾ ਜੀ ਹੁਣੀ ਵੀ ਕਿਉਂਕਿ ਜੁੜ ਜਾਂਦੇ ਹਾਂ ਅਸੀਂ ਇੱਕ ਪਰਿਵਾਰ ਵਾਂਗ। ਸੁਖਦੀਪ ਭੈਣ ਅਵਨੀਤ ਦੇ ਮੰਮੀ ਕਿਉਂਕਿ ਉਹਨੇ ਦਿਨਾਂ ਤੋਂ ਇੱਥੇ ਨੇ, ਰੋਂਦਿਆਂ ਨੂੰ ਦੇਖਿਆ ਨਹੀਂ ਜਾਂਦਾ। ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਇਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਇਨਵੋਲਵ ਕਰ ਲੈਂਦੇ ਹਾਂ ਜਿਵੇਂ ਸਾਡੀ ਆਪਣੀ ਭੈਣ ਹੋਵੇ, ਸਾਡੇ ਆਪਣੇ ਪਰਿਵਾਰ ਦੀ ਇੱਕ ਮੈਂਬਰ ਹੋਵੇ, ਸਾਡੀ ਧੀ ਹੋਵੇ। ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ। ਸਾਡੇ ਮਾਤਾ ਜੀ ਹੁਣੀ ਵੀ ਅਰਦਾਸਾਂ ਕਰ ਰਹੇ ਨੇ। ਕਿਸੇ ਦੀ ਅਰਦਾਸ ਹੀ ਸੁਣੀ ਜਾਣੀ ਆ। ਇਹਦੇ ਵਿੱਚ ਚਮਤਕਾਰ ਇੱਕ ਤੁਹਾਡੀਆਂ ਤੇ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਨਹੀਂ ਕਰਨਾ ਵਾ। ਆ ਦੇਖੋ, ਆ ਜੈਵੀਰ ਦੀ ਉਸ ਟਾਈਮ ਦੀ ਵੀਡੀਓ ਆ ਜਿਸ ਟਾਈਮ ਸਾਡੇ ਕੋਲ ਆਇਆ ਸੀ। ਦਿਖਾਉਣਾ ਤੇ ਆਹ ਉਸ ਤੋਂ ਬਾਅਦ 7-8 ਮਹੀਨਿਆਂ ਬਾਅਦ ਹੀ ਇਦਾਂ ਹੋ ਗਿਆ ਸੀ। ਆ ਦੇਖ ਭੈਣੇ, ਜੈਵੀਰ ਦੀਆਂ ਤਾਂ ਜਿਹੜੀ ਨਸ ਡਾਕਟਰਾਂ ਨੇ ਪੈਪ ਪਾਈ ਸੀ ਨਾ ਜੀ, ਉਹ ਵੀ ਐਂ ਦਿੰਦੀ ਸੀ ਉੱਪਰ ਦੀ ਖੜੀ ਕੱਲੀ ਹੋਈ ਅਲੱਗ ਹੀ। ਤੇ ਅੱਜ ਫੇਰ ਤੋਂ ਇੱਕ ਚਮਤਕਾਰ ਦੀ ਲੋੜ ਹੈ ਇਸ ਘਰ ਦੇ ਵਿੱਚ। ਮੈਂ ਤੁਹਾਡੀ ਬਹੁਤ ਧੰਨਵਾਦ ਆਵਾਂਗੀ। ਮੈਂ ਤੁਹਾਨੂੰ ਨਹੀਂ ਭੈਣੇ, ਅਸੀਂ ਕੌਣ ਆ ਧੰਨਵਾਦ ਵਾਲੇ? ਭੈਣ ਮੇਰੀ, ਅਸੀਂ ਕੀ ਕਰਨਾ? ਸੋਚ ਕੇ ਦੇਖ, ਜਿਹੜਾ ਇਹਦੇ ਤੇ ਖਰਚਾ ਆਉਣਾ ਅਸੀਂ ਦੇਣਾ ਕਿਤੇ ਭੈਣੇ? ਸਾਡੀ ਤਾਂ ਔਕਾਤ ਹੀ ਨਹੀਂ। ਫਿਕਰ ਨਾ ਕਰ, ਇਹ ਨਾ ਫਿਕਰ ਕਰ। ਪਹਿਲਾਂ ਤਾਂ ਤੇਰਾ ਸੁਹਾਗ ਵਾਹਿਗੁਰੂ ਨੇ ਬਚਾ ਲਿਆ। ਜਿਹੜਾ ਉਹਦਾ ਲੰਗਸ ਗਾਗ ਗਿਆ ਸੀ ਨਾ ਜਮਾਂ ਹੀ,
ਉਹ ਤੰਦਰੁਸਤ ਹੋ ਕੇ ਜਾਵੇ ਇੱਥੋਂ। ਉਸ ਸਹੁਰੇ ਦਾ ਵੀ ਪੁੱਤ ਨੂੰ ਠੀਕ ਕਰਨਾ ਇਸ ਬੱਚੀ ਨੇ। ਸਾਰਿਆਂ ਨੇ ਵੀਰ ਮੈਨੂੰ ਕਹਿਤਾ, ਕਹਿੰਦੇ ਤੈਨੂੰ ਇਹ ਘਰ ਨਹੀਂ ਕੋਈ ਗੱਲ ਨਹੀਂ, ਇਹੋ ਜਿਹੀਆਂ ਗੱਲਾਂ ਆਪਾਂ ਨਹੀਂ ਕਰਨੀਆਂ ਹੈਗੀਆਂ ਆਨਲਾਈਨ। ਆਪਾਂ ਚੰਗੀ ਗੱਲ ਕਰਨੀ ਹੈ, ਚੰਗੀ ਸੋਚ ਰੱਖਣੀ ਹੈ, ਪੋਜ਼ਿਟਿਵ ਰੱਖਣਾ ਆਪਣੇ ਆਪ ਨੂੰ, ਠੀਕ ਆ। ਹੋ ਜਾਣਾ ਇਹਨੇ। ਨੈਗੇਟਿਵ ਸੋਚ ਹੀ ਨਾ ਤੂੰ। ਜਦੋਂ ਇਹ ਠੀਕ ਹੋਊਗੀ ਤੇ ਘਰ ਵਾਲਾ ਵੀ ਠੀਕ ਹੋਊਗਾ। ਕੀ ਨਾਮ ਵੀਰੇ ਦਾ? ਰਾਜਵਿੰਦਰ ਸਿੰਘ। ਤੇ ਉਹ ਤੇਰੇ ਨਾਲ ਆ, ਉਹ ਕਿੰਨਾ ਚੰਗਾ ਬੰਦਾ, ਇਹਨੂੰ ਦੁੱਖ 'ਚ ਵੀ ਉਹ ਵਿਚਾਰਾ ਆਪਦਾ ਇਲਾਜ ਨਹੀਂ ਕਰਾ ਰਿਹਾ, ਇਹਦਾ ਕਰਾ ਰਿਹਾ। ਬਹੁਤ ਜ਼ਿਆਦਾ ਚੰਗੇ, ਮੇਰੇ ਘਰ ਵਾਲੇ ਵਰਗਾ ਕੋਈ ਹੈ ਹੀ ਨਹੀਂ ਆ। ਉਹ ਬੰਦੇ ਨੇ ਆਪਦਾ ਜਿੰਨਾ ਪੈਸਾ ਪੂਸਾ ਇਕੱਠਾ ਕਰਿਆ ਕਿਤੇ ਵੀ ਚੱਲ ਆਪਦਾ ਇਲਾਜ ਕਰਾਊਂ, ਉਹਨੂੰ ਛੱਡ ਕੇ ਆਪਦੇ ਨੂੰ ਇਲਾਜ ਨੂੰ ਆਪਣੀ ਧੀ ਦੇ ਪਿੱਛੇ ਤੁਰਿਆ ਫਿਰਦਾ। ਬੱਸ ਨਹੀਂ ਚੜ੍ਹ ਸਕਦਾ ਕਿਉਂਕਿ ਜ਼ੋਰ ਪਾ ਕੇ ਉਹ ਕਹਿੰਦਾ ਮੈਨੂੰ ਬੱਸ 'ਚ ਬਹਿਣਾ, ਝਟਕੇ ਲੱਗਦੇ, ਸਾਹ ਉਖੜ ਜਾਂਦਾ। ਮੋਟਰਸਾਈਕਲ ਤੇ ਇੱਥੇ ਗੁਰਦਾਸਪੁਰ ਤੋਂ ਇੱਥੇ ਆਉਂਦਾ, ਠੇਠਰ ਕੇ ਪਿੰਡ ਆ ਗੁਰਦਾਸਪੁਰ ਜ਼ਿਲ੍ਹੇ ਦਾ, ਬਾਬਾ ਬਕਾਲਾ, ਡੇਰਾ ਬਾਬਾ ਨਾਨਕ ਤੋਂ। ਐਡੀ ਦੂਰੋਂ ਇਹ ਪਰਿਵਾਰ ਡੇਰਾ ਬਾਬਾ ਨਾਨਕ ਤੋਂ ਇਹ ਸਾਡੀ ਧੀ ਅਵਨੀਤ ਕੌਰ ਇੱਥੇ ਆਈ ਆ। ਤੇ ਇਹ ਬਾਬਾ ਨਾਨਕ ਇਹਨਾਂ ਦੇ ਝੋਲੀ ਦੇ ਵਿੱਚ ਖੈਰ ਪਾਵੇ ਸੱਚੇ ਪਾਤਸ਼ਾਹ, ਤੇ ਸਾਡੀ ਅਵਨੀਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤ ਕਰ ਦੇਣ। ਤੁਸੀਂ ਸਾਰੇ ਅਰਦਾਸ ਕਰਿਓ। ਹੋ ਜਾਣਾ ਤਾਂ। ਅਵਨੀਤ ਦੇ ਜਿੰਨਾ ਬੋਡੀ ਦਾ ਵਜਨ ਆ ਉਸ ਤੋਂ 2 ਗੁਣਾ ਵੱਧ ਵਜਨ ਉਹਦੇ ਸਿਰ ਦਾ ਵਾ। ਆ ਲਾਹੇ ਪੁੱਤ ਕੈਪ ਲਾਈ ਮੜੀ ਪੜਕ ਦੇ ਗੱਲਾਂ। ਆ ਦੇਖੋ ਅੱਜ ਇੱਥੋਂ ਦੀ ਪਾਣੀ ਕੱਢਿਆ ਇਹਦੇ ਸਿਰ ਚੋਂ। ਤੇ ਹਰ ਵਾਰ ਡਾਕਟਰ ਕਹਿੰਦੇ ਜਦੋਂ ਪਾਣੀ ਕੱਢਦੇ ਆ, ਡਰੇਨ ਕਰਦੇ ਆ, ਮੋਰੀ ਕਰਨੀ ਪੈਂਦੀ ਆ ਸਰਿੰਜਾਂ ਦੇ ਰਾਹੀਂ, ਉਹਦੇ ਰਾਹੀਂ ਪਾਣੀ ਕੱਢਦੇ ਆ। ਤੁਸੀਂ ਸਾਡੀ ਇੱਕ ਵੀਡੀਓ ਦੇਖੀ ਹੋਣੀ ਜਿਹੜੀ ਪਾਕਿਸਤਾਨ ਦੀ ਵੀਡੀਓ ਸੀ, ਉਹਦੇ ਬੱਚੇ ਦੇ ਵੀ ਸਿਰ ਚੋਂ ਇਦਾਂ ਹੀ ਪਾਣੀ ਕੱਢਦੇ ਸੀ ਸਰਿੰਜਾਂ ਦੇ ਨਾਲ ਖਿੱਚ, ਘਰੇ ਹੀ ਕੱਢੀ ਜਾਂਦਾ ਸੀ ਉਹਦਾ ਬਾਪ ਵਿਚਾਰਾ। ਕਿਉਂਕਿ ਗਰੀਬੀ ਤੇ ਮਜਬੂਰੀ ਉੱਥੇ ਵੀ ਪਾਕਿਸਤਾਨ 'ਚ ਵੀ ਇੱਥੋਂ ਸਾਡੇ ਤੋਂ 100 ਕਿਲੋਮੀਟਰ ਦੂਰ ਹੀ ਆ, ਇੰਨੀ ਹੀ ਜ਼ਿਆਦਾ ਵਾ ਜਿੰਨੀ ਇੰਡੀਆ 'ਚ ਆ। ਤੇ ਉਸ ਤੋਂ ਬਾਅਦ ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਅੱਲਾ ਮਿਹਰ ਕਰਨ, ਅਸੀਂ ਵੀਡੀਓ ਸ਼ੇਅਰ ਕੀਤੀ। ਸਾਨੂੰ 2-3 ਫੋਨ ਵੀ ਆਏ ਮੈਂ ਪਾਕਿਸਤਾਨ ਤੋਂ ਹੀ ਵੀ ਵੀਰੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਉਹਨਾਂ ਦੇ ਨੰਬਰ ਵੀ ਦਿੱਤੇ ਉਹਨਾਂ ਨੂੰ ਸਿੱਧੇ। ਤੇ ਅੱਜ ਜੇ ਅਸੀਂ ਪਾਕਿਸਤਾਨ ਦੇ ਵਿੱਚ ਬੈਠੇ ਬੱਚੇ ਦੀ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਲੈਂਦੇ ਨੇ, ਤੇ ਇਹ ਤਾਂ ਸਾਡੇ ਘਰ ਦੇ ਵਿੱਚ ਬੈਠੇ ਸਾਡੀ ਧੀ, ਤੇ ਇਹਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਤੰਦਰੁਸਤ ਕਰਨ ਸਾਡੀ ਅਵਨੀਤ ਨੂੰ। ਹਾਂ ਅਵਨੀਤ, ਓਏ ਅਵਨੀਤ ਕਰੇ, ਓਏ ਅਵਨੀਤ ਤਰੇ, ਓਏ ਅਵਨੀਤ ਤਰੇ, ਓਏ ਅਵਨੀਤ ਕਰੇ, ਅੱਗੇ ਵੀਰ ਜੀ ਚੁੱਕਦੇ ਸੀ, ਕਦੀ ਨਹੀਂ ਸੀ ਇਹਨੇ ਹੱਥ ਚੜ੍ਹਨ ਲਾਇਆ। ਓਏ ਓਏ ਓਏ। ਦੇਖੋ ਇਹਨਾਂ ਬੱਚਿਆਂ ਦਾ ਪਤਾ ਨਹੀਂ ਇਹੀ ਕਸੂਰ ਆ ਵੀ ਇਹ ਪੰਜਾਬ 'ਚ ਜੰਮੇ ਆ ਜਾਂ ਇੰਡੀਆ 'ਚ ਜੰਮੇ ਆ। ਗਰੀਬੀ ਆ ਜਿਹੜੀ ਉਹ ਇਹਨਾਂ ਲਈ, ਇਹਨਾਂ ਦੀ ਆਹ ਹਾਲਤ ਦਾ ਕਾਰਨ ਬਣੀ ਹੋਈ ਆ। ਸਾਡੇ ਸਰਕਾਰੀ ਹਸਪੀਟਲਾਂ ਦਾ ਘਟੀਆ ਸਿਸਟਮ ਆ ਜਿਹੜਾ, ਉਹ ਇਹਨਾਂ ਬੱਚਿਆਂ ਦੇ, ਛੋਟੇ ਛੋਟੇ ਬੱਚਿਆਂ ਦੇ ਇਹਨਾਂ ਹਾਲਾਤਾਂ ਦਾ ਕਾਰਨ ਬਣੇ ਹੋਏ ਨੇ। ਜੇ ਸਾਡੇ ਸਰਕਾਰੀ ਹਸਪੀਟਲਾਂ ਦੇ ਵਿੱਚ ਚੰਗਾ ਇਲਾਜ ਮਿਲੇ, ਇਹ ਮਾਂ ਵਿਚਾਰੀ ਗੁਰਦਾਸਪੁਰ ਤੋਂ ਇੱਥੇ ਨਾ ਹੁੰਦੀ। ਜੇ ਸਰਕਾਰੀ ਹਸਪਤਾਲ ਸਾਰੇ ਪੰਜਾਬ 'ਚ ਹੀ ਵਧੀਆ ਹੋਣ, ਜੇ ਉਹਨਾਂ ਦੀਆਂ ਐਡੀਆਂ ਇਮਾਰਤਾਂ ਬਣਾਈਆਂ ਹੋਈਆਂ ਤੇ ਉੱਥੇ ਘੱਟੋ ਘੱਟ ਇਲਾਜ ਵੀ ਮਿਲਦੇ ਹੋਣ, ਤਾਂ ਇਹ ਮਾਵਾਂ ਇੱਦਾਂ ਆਪਣੇ ਬੱਚਿਆਂ ਨੂੰ ਲੈ ਕੇ ਬਿਲਕਦੀਆਂ ਨਾ ਫਿਰਨ। ਤੇ ਅਵਨੀਤ ਵਰਗੀਆਂ 1.5 ਸਾਲ ਦੀ ਹੋ ਗਈ ਆ ਬੱਚੀ, ਤੇ ਦੇਖਣ ਨੂੰ ਐਂ ਲੱਗਦੀ ਹੈ ਜਿਵੇਂ ਇਹ 2 ਮਹੀਨਿਆਂ ਦੀ ਹੋਵੇ। 5 ਤਰੀਕ ਨੂੰ 2 ਸਾਲ ਦੀ ਹੋ ਜਾਣਾ। 5 ਤਰੀਕ ਨੂੰ 2 ਸਾਲ ਦੀ ਹੋ ਜਾਣਾ, ਆਹੀ 5 ਤਰੀਕ ਨੂੰ। ਹਾਂਜੀ ਵੀਰੇ। ਲਓ ਜੀ 2 ਸਾਲ ਦੀ ਹੋ ਗਈ ਹੈ। ਮੈਂ ਤਾਂ 1.5 ਦੀ ਸੋਚਦਾ ਸੀ ਹਜੇ। ਆਹ 5 ਤਰੀਕ ਹੈ ਜਿਹੜੀ 5 ਮਈ, ਹਾਂਜੀ 5 ਮਈ ਨੂੰ 2 ਸਾਲਾਂ ਦੀ ਹੋ ਜਾਣਾ ਅਵਨੀਤ ਕੌਰ ਨੇ ਸਾਡੀ ਨੇ। ਤੇ ਅਵਨੀਤ ਕੌਰ ਦੇ ਵਿਆਹ ਦੇ ਵਿੱਚ ਫਿਰ ਰਹਿ ਜਾਣੇ ਕਿੰਨੇ, 16-17 ਸਾਲ ਹੈ, 20 ਸਾਲ ਦੀ ਵਿਆਹ ਦੇਣੀ ਹੈ ਸਾਡੀ ਕੁੜੀ ਅਸੀਂ, ਹੈ ਨਾ। ਆਹੋ ਪੜ੍ਹਾਈ ਵੀ ਕਰਨੀ ਹੈ ਸੱਚ, ਹਾਂ ਸੱਚ ਪੜ੍ਹਾਈ ਵੀ ਕਰਨੀ ਹੈ, ਪੜ੍ਹਨਾ ਵੀ ਹੈ ਸਾਡੀ ਕੁੜੀ ਨੇ, ਪੜ੍ਹਨਾ ਵੀ ਮੇਰੀ ਧੀ ਨੇ। ਕਿੰਨੀ ਸੋਹਣੀ ਆ ਕੁੜੀ, ਹੈ ਨਾ। ਕਿੰਨਾ ਉਸ ਮਾਂ ਦੇ ਦਿਲਾਂ ਦੇ ਉੱਤੇ ਕੀ ਬੀਤਦੀ ਆ, ਤੁਸੀਂ ਸੋਚ ਕੇ ਦੇਖੋ ਵੀ ਆਹ ਹਾਲਾਤ ਦੇ ਵਿੱਚ ਆਹ ਸਿਰ ਦਾ ਸਹਿਜ ਭਾਰ ਇੰਨਾ ਨਾ ਸਿਰ ਦਾ, ਇਹਦੀ ਆਹ ਬਾਂਹ ਨਹੀਂ ਥੱਕਦੀ। ਮੈਂ ਤਾਂ ਕਹਿੰਦਾ ਅਸੀਂ 2 ਮਿੰਟ ਵੀ ਫੜ ਲਈਦਾ ਵਾ, ਸਿਰ ਦਾ ਭਾਰ ਇੰਨਾ ਜ਼ਿਆਦਾ ਮੇਰਾ ਹੱਥ ਦੁਖਣ ਲੱਗ ਜਾਂਦਾ। ਤੇ ਇਹ ਸਾਰਾ ਦਿਨ ਉਹਨੂੰ ਇਦਾਂ ਹਾਈਕ ਨਾਲ ਲਾ ਕੇ ਤੁਰੀ ਫਿਰਦੀ ਆ। ਧੰਨ ਮਾਵਾਂ ਭਾਈ, ਕਿਉਂਕਿ ਜਿਹੜਾ ਇਹਨਾਂ ਮਾਵਾਂ ਨੂੰ ਪ੍ਰਮਾਤਮਾ ਨੇ ਹਿੰਮਤ ਤੇ ਇਹਨਾਂ ਨੂੰ ਹੌਸਲਾ ਬਖਸ਼ਿਆ, ਤਾਕਤ ਬਖਸ਼ੀ ਆ, ਉਹ ਸ਼ਾਇਦ ਹੀ ਇੰਡੀਆ ਦੇ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਕਿਸੇ ਹੋਰ ਜੀਵ ਨੂੰ ਬਖਸ਼ੀ ਹੋਊ। ਇਨਸਾਨ
ਚਾਹੇ ਬੰਦਾ ਵੀ ਆ, ਬੰਦੇ ਨੂੰ ਵੀ ਇੰਨੀ ਤਾਕਤ, ਇੰਨੀ ਹੌਸਲਾ ਅਫਜ਼ਾਈ ਨਹੀਂ ਬਖਸ਼ੀ ਜਿੰਨੀ ਇੱਕ ਮਾਂ ਨੂੰ ਆਪਣੇ ਬੱਚੇ ਦੇ ਪ੍ਰਤੀ। ਜਦੋਂ ਜਮਾਂਦੇ ਨੇ ਸਿਰ ਬੱਟੇ ਨਹੀਂ ਇੰਨਾ ਕੁ ਸਿਰ ਵੀ ਸਵੇਰੇ ਫਿਰ ਵਧਣ ਲੱਗ ਗਿਆ ਆਹੋ 2 ਮਹੀਨੇ ਰਹੀ ਮਸ਼ੀਨ 'ਚ ਹੀ ਵਧਣਾ ਸ਼ੁਰੂ ਹੋ ਗਿਆ, ਪਤਾ ਹੀ ਨਹੀਂ ਲੱਗਾ ਕੀ ਬਣਿਆ ਦੀ ਇਹਨਾਂ ਨੇ। ਬੜੀ ਸੋਹਣੀ ਸੀ, ਨਿੱਕੇ ਨਿੱਕਾ ਇੰਨਾ ਸਿਰ ਬੜੇ ਸੋਹਣੇ ਸਿਰ ਬਾਲ ਭਰੇ ਸੀ ਸਿਰ ਤੇ, ਸਮਝ ਹੀ ਨਹੀਂ ਲੱਗੀ। ਲੈ ਮਾਂ ਕੋਲ ਜਾ, ਆਪਣੀ ਕੋਲੇ ਭਾਈ। ਤਾਂ ਭੱਜਣ ਲੱਗ ਜਾਣਾ। ਹੋਰ ਵੀ ਇਹਦੇ ਨਾਲ ਜਿਹੜੇ ਛੋਟੇ ਜਵਾਕ ਆ ਸਗੋਂ ਦੌੜਨ ਵੀ ਲੱਗ ਗਏ। ਇਹ ਤਾਂ ਹੁਣ ਐਂ ਲੱਗਦੀ ਹੋਈ ਨਹੀਂ ਵੀ ਇਹ 2 ਸਾਲਾਂ ਦੀ ਆ।